स्वागत करता हाँ जी एक और फिर आप सब ਦਾ ਅੱਜ ਦੇ ਰਿਲੀਜੀਅਸ ਸੈਗਮੈਂਟ ਵਿੱਚ ਇੱਕ ਨਵੀਂ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ ਕਿਉਂਕਿ ਸਾਡਾ ਹਮੇਸ਼ਾ ਹੀ ਇਹ ਮਕਸਦ ਹੁੰਦਾ ਹੈ ਕਿ ਜਿਹੜੀ ਚੀਜ਼ ਦੇ ਬਾਰੇ ਅਸੀਂ ਗੱਲਬਾਤ ਕਰੀਏ ਉਸ ਨੂੰ ਉਸ ਦੀ ਤਹਿ ਤੱਕ ਪਹੁੰਚੀਏ ਤੇ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਕਰਦੇ ਨੇ ਉਹ ਸੰਦੇਸ਼ ਜੋ ਹੈ ਉਸ ਦਾ ਸਹੀ ਮਤਲਬ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈਏ। ਨੌਵੇਂ ਮਹੱਲੇ ਦੇ ਸ਼ਲੋਕ ਜਿਹੜੇ ਨੇ ਉਸ ਸੰਬੰਧ ਵਿੱਚ ਅੱਜ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਸੀਰੀਜ਼। ਮੇਰੇ ਨਾਲ ਸਾਥ ਦੇਣਗੇ ਭਾਈ ਸਾਹਿਬ ਭਾਈ ਬਲਜੀਤ ਸਿੰਘ ਤਲਵਨ ਜਿਹੜੇ ਕਿ ਪੰਥ ਦੇ ਪ੍ਰਸਿੱਧ ਕਥਾਵਾਚਕ ਹਨ। ਅੱਜ ਕੱਲ੍ਹ ਇਹ ਸਰੀ ਆਏ ਹੋਏ ਨੇ ਅਤੇ ਇਹਨਾਂ ਨਾਲ ਅਸੀਂ ਅੱਜ ਸਾਂਝ ਪਾਵਾਂਗੇ ਤੇ ਇਸ ਸੀਰੀਜ਼ ਵਿੱਚ ਇੱਕ ਕੰਟੀਨਿਊਸ਼ਨ ਰੱਖਾਂਗੇ ਕਿ ਗੁਰੂ ਸਾਹਿਬ ਸਾਨੂੰ ਕੀ ਕਹਿੰਦੇ ਨੇ। ਕੀ ਇਹ ਸ਼ਲੋਕ ਜਿਨ੍ਹਾਂ ਨੂੰ ਕਿ ਸੋਗ ਨਾਲ ਜੋੜਿਆ ਜਾਂਦਾ ਹੈ ਕਿ ਇਹ ਵਾਕਿਆ ਵਿੱਚ ਹੀ ਇਹ ਉਸ ਨਾਲ ਜੁੜੇ ਹੋਏ ਨੇ ਜਾਂ ਇਸ ਵਿੱਚ ਗੁਰੂ ਸਾਹਿਬ ਸਾਨੂੰ ਜੀਵਨ ਦਾ ਉਦੇਸ਼ ਜੋ ਹੈ ਜਿਹਨੂੰ ਅਸੀਂ ਕਹੀਏ ਕਿ ਪੂਰਾ ਸਮਪ ਹੈ ਜੀਵਨ ਦਾ ਉਹ ਦਿੰਦੇ ਨੇ। ਆਓ ਇਸ ਸੰਬੰਧ ਵਿੱਚ ਜਾਣਕਾਰੀ ਲੈਣੇ ਭਾਈ ਸਾਹਿਬ ਤੋਂ ਤੇ ਸਵਾਗਤ ਕਰਦੇ ਹਾਂ ਅੱਜ ਦੇ ਇਸ ਸੈਗਮੈਂਟ ਵਿੱਚ। ਜੀ ਆਨੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੌਵੇਂ ਮਹੱਲੇ ਦੇ ਸ਼ਲੋਕ ਜੀ ਆਮ ਤੌਰ ਦੇ ਉੱਤੇ ਜਦੋਂ ਕਿਸੇ ਨਾਲ ਗੱਲ ਕੀਤੀ ਜਾਏ ਤੇ ਇੱਥੇ ਹੀ ਮੈਨੂੰ ਇੱਕ ਯਾਦ ਆਉਂਦੀ ਗੱਲ, ਕਿਸੇ ਪ੍ਰਚਾਰਕ ਨਾਲ ਬੈਠੇ ਸੀ, ਗੱਲਬਾਤ ਚੱਲ ਰਹੀ ਸੀ ਤੇ ਉਹਨਾਂ ਨੇ ਕਿਹਾ ਕਿ ਖੁਸ਼ੀ ਦੇ ਮੌਕੇ ਦੇ ਉੱਤੇ ਉਹਨਾਂ ਨੇ ਨੌਵੇਂ ਮਹੱਲੇ ਦੇ ਸ਼ਲੋਕ ਜਿਹੜੇ ਨੇ ਉਹ ਪੜ੍ਹ ਦਿੱਤੇ ਤੇ ਉੱਥੇ ਹੀ ਉਹਨਾਂ ਨੂੰ ਰੋਕ ਦਿੱਤਾ ਗਿਆ ਪਰਿਵਾਰ ਵੱਲੋਂ ਕਿ ਇਹ ਤਾਂ ਖੁਸ਼ੀ ਦਾ ਮਾਹੌਲ ਹੈ ਤੇ ਤੁਸੀਂ ਇਹ ਕੀ ਪੜ੍ਹਨ ਲੱਗ ਪਏ ਹੋ। ਸੋ ਇੱਕ ਮਾਨਸਿਕਤਾ ਦੇ ਵਿੱਚ ਸਾਡੀ ਇੱਕ ਐਸੀ ਚੀਜ਼ ਨੂੰ ਅਸੀਂ ਬਿਠਾ ਲਿਆ ਹੈ ਕਿ ਅਸੀਂ ਇਹ ਸ਼ਬਦਾਂ ਨੂੰ ਅਸੀਂ ਸਮਝਨੇ ਕਿ ਜੇ ਇਹ ਤਾਂ ਸਿਰਫ ਸੋਗ ਸਮੇਂ ਹੀ ਪੜ੍ਹਨੇ ਚਾਹੀਦੇ ਨੇ। ਉਸ ਸੰਬੰਧ ਵਿੱਚ ਦੱਸੋ ਕਿ ਗੁਰੂ ਸਾਹਿਬ ਵੱਲੋਂ ਇਹ ਜੋ ਲਿਖਤ ਬਾਣੀ ਹੈ ਇਸ ਵਿੱਚ ਕਿਸ ਚੀਜ਼ ਤੇ ਫੋਕਸ ਕੀਤਾ ਗਿਆ ਹੈ ਤੇ ਕੀ ਇਹ ਸਾਨੂੰ ਜੀਵਨ ਦਾ ਕੀ ਉਦੇਸ਼ ਦਿੰਦੇ ਨੇ। ਬਿਲਕੁਲ, ਗੁਰਬਾਣੀ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਬਹੁਤੀਆਂ ਬਾਣੀਆਂ ਦੇ ਉੱਪਰ ਸਰਲੇਖ ਲਿਖਿਆ ਹੁੰਦਾ ਇੱਕ ਜੀ, ਜਿਵੇਂ ਸੁਖਮਨੀ ਸਾਹਿਬ, ਸੁਖਮਨੀ ਸਰਲੇਖ ਹੈ ਬਾਣੀ ਦਾ ਨਾਮ ਹੈ। ਆਪਾਂ ਹੋਰ ਬਾਣੀਆਂ ਦੇਖਦੇ ਹਾਂ, ਸਿੱਧ ਗੋਸ਼ਟ ਹੈ, ਰਾਮਕਲੀ ਸੱਦ ਹੈ, ਰਾਮਕਲੀ ਆਨੰਦ ਸਾਹਿਬ ਹੈ ਨਾ, ਇਹ ਬਾਣੀਆਂ ਜਿਵੇਂ। ਹੁਣ ਇਸੇ ਤਰ੍ਹਾਂ ਹੁਣ ਗੁਰਬਾਣੀ ਦੇ ਵਿੱਚ 12 ਨੇ ਜੀ, 22 12 ਨੇ ਗੁਰਬਾਣੀ ਦੇ ਵਿੱਚ। ਉਹਨਾਂ 12 ਦੇ ਵਿੱਚ ਸ਼ਲੋਕ ਦਰਜ ਨੇ ਜੀ, ਸ਼ਲੋਕਾਂ ਦੇ ਨਾਲ ਪੌੜੀਆਂ ਨੇ ਤੇ ਗੁਰੂ ਸਾਹਿਬ ਨੇ ਜਿਹੜੇ ਸ਼ਲੋਕ ਬਚ ਗਏ ਜੀ 22 12 ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਸ਼ਲੋਕ ਦਰਜ ਕੀਤੇ। ਪਹਿਲਾਂ ਪੌੜੀਆਂ ਅਲੱਗ ਸਨ, ਸ਼ਲੋਕ ਅਲੱਗ ਸਨ ਜੀ, ਤੇ ਪੌੜੀਆਂ ਦੇ ਨਾਲ ਸ਼ਲੋਕ ਜੇ ਕਿਸੇ ਨੇ ਅਟੈਚ ਕੀਤੇ ਤੇ ਗੁਰੂ ਅਰਜਨ ਸਾਹਿਬ ਜੀ ਨੇ ਕੀਤੇ ਜੀ। ਗੁਰੂ ਨਾਨਕ ਸਾਹਿਬ ਜੀ ਦੇ ਸ਼ਲੋਕ, ਗੁਰੂ ਅੰਗਦ ਸਾਹਿਬ ਜੀ ਦੇ ਸ਼ਲੋਕ ਆਸਾ ਕੀ ਵਾਰ ਦੇ ਵਿੱਚ। ਹੁਣ ਆਸਾ ਕੀ ਵਾਰ ਹੈ ਤੇ ਗੁਰੂ ਨਾਨਕ ਸਾਹਿਬ ਦੀ, ਪਰ ਸ਼ਲੋਕ ਉਹਦੇ ਵਿੱਚ ਗੁਰੂ ਅੰਗਦ ਸਾਹਿਬ ਦੇ। ਠੀਕ, ਇਹ ਜਿਹੜੀ ਐਡੀਸ਼ਨ ਹੈ ਇਹ ਗੁਰੂ ਅਰਜਨ ਸਾਹਿਬ ਨੇ ਕੀਤੀ ਜੀ। ਤੇ ਜਿਹੜੇ ਸ਼ਲੋਕ ਦਰਜ ਕਰਨ ਤੋਂ ਬਚ ਗਏ ਉਹਨਾਂ ਸ਼ਲੋਕਾਂ ਨੂੰ ਇੱਕ ਸਰਲੇਖ ਦਿੱਤਾ ਜੀ। ਉਸ ਸਰਲੇਖ ਦਾ ਨਾਮ ਰੱਖਿਆ ਗਿਆ 12 ਤੇ ਵਧੀਕ ਜੀ। ਜਿਹੜੇ ਸਾਰੇ ਸ਼ਲੋਕ ਬਚ ਗਏ ਉਹ ਅਖੀਰ ਦੇ ਵਿੱਚ 1412 ਅੰਗ ਉੱਪਰ ਇਹ ਸਰਲੇਖ ਦਿੱਤਾ 12 ਤੇ ਵਧੀਕ, 12 ਤੋਂ ਵਧੇ ਹੋਏ ਸ਼ਲੋਕ ਜਿਹੜੇ 12 ਦੇ ਵਿੱਚ ਐਡ ਨਹੀਂ ਸਨ ਹੋ ਸਕਦੇ ਉਹਨਾਂ ਨੂੰ ਇੱਕ ਸਰਲੇਖ ਦੇ ਦਿੱਤਾ ਤੇ ਉਹ ਸਰਲੇਖ ਦੇ ਕੇ ਦਰਜ ਕਰ ਦਿੱਤੇ ਜੀ। ਤੇ ਇਹ ਸਭ ਤੋਂ ਪਹਿਲਾਂ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ ਜੀ, ਗੁਰੂ ਅੰਗਦ ਸਾਹਿਬ ਦੇ ਸ਼ਲੋਕ 63 ਨੇ ਤੇ ਉਹ 63 ਸ਼ਲੋਕ 12 ਦੇ ਵਿੱਚ ਐਡ ਹੋ ਗਏ ਜੀ। ਉਹਨਾਂ ਦਾ ਸ਼ਲੋਕ ਕੋਈ ਬਚਿਆ ਨਹੀਂ, ਇਸ ਕਰਕੇ ਦੂਸਰੇ ਨੰਬਰ ਤੇ ਗੁਰੂ ਅਮਰਦਾਸ ਜੀ ਦੇ ਸ਼ਲੋਕ ਜੀ। ਫਿਰ ਤੀਸਰੇ ਨੰਬਰ ਤੇ ਗੁਰੂ ਰਾਮਦਾਸ ਜੀ ਦੇ, ਗੁਰੂ ਰਾਮਦਾਸ ਜੀ ਤੋਂ ਬਾਅਦ ਗੁਰੂ ਅਰਜਨ ਸਾਹਿਬ ਜੀ ਦੇ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੋਂ ਬਾਅਦ ਉਸੇ ਸੀਰੀਅਲ ਦੇ ਵਿੱਚ ਉਸੇ ਲੜੀ ਦੇ ਵਿੱਚ ਚੱਲਦੇ ਸ਼ਲੋਕ ਗੁਰੂ ਤੇਗ ਬਹਾਦਰ ਜੀ ਦੇ ਜੀ, ਜਿਹੜੇ ਕਿ 1426 ਅੰਗ ਉੱਪਰ ਦਰਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਇਹਨਾਂ ਸ਼ਲੋਕਾਂ ਨੂੰ ਬਹੁਤੀ ਵੇਰਾਂ ਇਹ ਕਹਿ ਦਿੱਤਾ ਜਾਂਦਾ ਜੀ ਇਹ ਭੋਗ ਦੇ ਸ਼ਲੋਕ ਨੇ ਜੀ, ਜਾਂ ਇਹਨਾਂ ਨੂੰ ਵੈਰਾਗਮਈ ਬਾਣੀ ਕਹਿ ਦਿੱਤਾ ਜਾਂਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੈਰਾਗਮਈ ਹੈ ਜੀ, ਵੀ ਸ਼ੋਕਮਈ ਬਾਣੀ। ਕਿ ਹੁਣ ਅਸੀਂ ਕਈ ਵਾਰਾਂ ਇਹ ਅਣਜਾਣ ਪੁਣੇ ਦੇ ਵਿੱਚ, ਕਿਉਂਕਿ ਅਸੀਂ ਬਾਣੀ ਨੂੰ ਸਮਝਿਆ ਨਹੀਂ ਡੂੰਘਾਈ ਨਾਲ, ਗੰਭੀਰਤਾ ਦੇ ਨਾਲ, ਜਿਸ ਕਰਕੇ ਅਸੀਂ ਉੱਪਰੋਂ ਅਰਥ ਵੇਖ ਕੇ ਅਸੀਂ ਇਹ ਅੰਦਾਜ਼ਾ ਲਾ ਕੇ ਇਸ ਭੁਲੇਖੇ ਵਿੱਚ ਪੈ ਗਏ। ਪਰ ਅਸਲ ਵਿੱਚ ਬਾਣੀ ਸਿਖਾਉਂਦੀ ਸਾਨੂੰ ਕੁਝ ਹੋਰ ਪਈ ਹੈ ਜੀ, ਬਾਣੀ ਕੁਝ ਹੋਰ ਸਿਖਾਉਂਦੀ ਹੈ। ਫਿਰ ਇਸ ਦੇ ਬਾਰੇ ਆਪਾਂ ਵਿਚਾਰ ਕਰਾਂਗੇ, ਪਰ ਇਹਦੇ ਬਾਰੇ 'ਚ ਮੈਂ ਇੱਕ ਦੋ ਗੱਲਾਂ ਹੋਰ ਕਰਨੀਆਂ ਤੁਹਾਡੇ ਨਾਲ ਕਿ ਇਹ ਜਿਵੇਂ ਲੜੀ ਚੱਲਦੀ ਗੁਰੂ ਨਾਨਕ ਸਾਹਿਬ ਦੇ ਸ਼ਲੋਕ, ਗੁਰੂ ਅਮਰਦਾਸ ਜੀ ਦੇ, ਇਸੇ ਤਰ੍ਹਾਂ ਇਹ ਸ਼ਲੋਕ ਚੱਲਦੇ ਆ ਰਹੇ ਨੇ। ਤੇ ਤੁਸੀਂ ਜਦੋਂ ਦੇਖੋਗੇ ਜਦੋਂ ਇਹ ਸ਼ਲੋਕ ਖਤਮ ਹੁੰਦੇ ਨੇ ਨਾ ਜੀ ਤੇ ਅਖੀਰ ਤੇ ਇੱਕ ਲਿਖਿਆ ਹੋਇਆ ਜਿਹਦਾ ਭਾਵ ਹੈ ਕਿ ਜਿਹੜੇ 12 ਤੋਂ ਵਧੇਕ ਗੁਰੂ ਨਾਨਕ ਸਾਹਿਬ ਤੋਂ ਗੁਰੂ ਤੇਗ ਬਹਾਦਰ ਸਾਹਿਬ ਇੱਕੋ ਹੀ ਬਾਣੀ ਹੈ। ਠੀਕ, ਇਹ ਕੋਈ ਅਲੱਗ-ਅਲੱਗ ਬਾਣੀ ਨਹੀਂ। 12 ਤੇ ਵਧੇਕ ਨਾਂ ਦੀ ਬਾਣੀ ਭਾਵ ਵਧੇ ਹੋਏ ਸ਼ਲੋਕ ਉਹ ਇੱਕ ਸੀਰੀਅਲ ਦੇ ਇੱਕ ਕੈਟਾਗਰੀ ਵਿੱਚ ਜੀ। ਗੁਰੂ ਨਾਨਕ ਸਾਹਿਬ ਦੇ ਕੋਈ ਵੱਖਰਾ ਸ਼ਲੋਕ ਸਰਲੇਖ ਨਹੀਂ ਦਿੱਤਾ, ਗੁਰੂ ਅਰਜਨ ਸਾਹਿਬ ਵਾਸਤੇ ਕੋਈ ਵੱਖਰਾ ਸ਼ਲੋਕ ਨਹੀਂ, ਇੱਕੋ ਹੀ ਸਰਲੇਖ ਹੈ ਜੀ। ਤੇ ਉਸੇ ਸਰਲੇਖ ਦੇ ਹੇਠ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਇਹ ਸ਼ਲੋਕ ਜਿਹੜੇ ਨੇ 57 ਜਿਨ੍ਹਾਂ ਦੀ ਗਿਣਤੀ ਹੈ ਤੇ ਇਹ ਦਰਜ ਨੇ।
ਜੀ ਇਹ ਸ਼ਲੋਕ ਜਿਹੜੇ ਨੇ ਇਹ ਭੋਗ ਦੇ ਨਾਲ ਸੰਬੰਧਿਤ ਬਿਲਕੁਲ ਨਹੀਂ ਗੇ। ਇਹ ਵੈਰਾਗਮਈ ਸ਼ਲੋਕ ਅਸੀਂ ਕਹਿ ਦਿੰਨੇ ਆ ਜਾਂ ਸ਼ੋਕਗ੍ਰਸਤ ਕਹਿ ਦਿੰਨੇ ਆ, ਸ਼ੋਕਮਈ ਸ਼ਲੋਕ ਨੇ, ਪਰ ਐਸਾ ਨਹੀਂ ਹੈ ਜੀ। ਬਾਕੀ ਆਪਾਂ ਇਹਨਾਂ ਨੂੰ ਵਿਚਾਰਾਂਗੇ ਤੇ ਸਾਨੂੰ ਇਹਨਾਂ ਦੇ ਵਿੱਚੋਂ ਸਮਝ ਆਏਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਇਹਨਾਂ ਵਿੱਚ ਸਮਝਾਉਣਾ ਕੀ ਚਾਹ ਰਹੇ ਨੇ ਸਾਨੂੰ। ਬਿਲਕੁਲ ਸਹੀ ਕਿਹਾ ਜੀ, ਕਿਉਂਕਿ ਅਗੇਨ ਇਸ ਨੂੰ ਜਦੋਂ ਅਸੀਂ ਜੋੜ ਦਿੰਨੇ ਆ ਸੋਗ ਨਾਲ, ਕੋਈ ਐਸੀ ਕੋਈ ਚੀਜ਼ ਨਹੀਂ ਹੈਗੀ। ਬਾਣੀ ਤਾਂ ਪੰਨਾ 1 ਤੋਂ ਲੈ ਕੇ 1430 ਤੱਕ ਇੱਕੋ ਹੀ ਹੈ ਤੇ ਮਕਸਦ ਤਾਂ ਹੈਗਾ ਕਿ ਕੀ ਸੰਦੇਸ਼ ਦਿੱਤਾ ਗਿਆ ਉਸ ਨੂੰ ਅਸੀਂ ਗ੍ਰਹਿਣ ਕਰੀਏ। ਬਿਲਕੁਲ ਸਾਡੀ ਮਾਨਸਿਕਤਾ ਜਿਵੇਂ ਤੁਸੀਂ ਪਹਿਲਾਂ ਕਹੀ ਸੀ ਵੀ ਐਸੀ ਗ੍ਰਸੀ ਗਈ ਹੈ। ਇਹ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਇਹ ਦਿੱਲੀ ਦੇ ਵਿੱਚ ਇੱਕ ਗੁਰਦੁਆਰਾ ਹੈ ਜੀ, ਤੇ ਉਸ ਜਗ੍ਹਾ ਤੇ ਪਹਿਲਾਂ ਕਥਾ ਹੁੰਦੀ ਹੈ ਤੇ ਬਾਅਦ ਵਿੱਚ ਕੀਰਤਨ ਹੁੰਦਾ ਤੇ ਕਥਾ ਹੋ ਰਹੀ ਸੀ। ਕਬੀਰ ਸਾਹਿਬ ਜੀ ਦਾ ਸ਼ਬਦ ਹੈ, ਬਾਬਾ ਬੋਲਤੇ ਤੇ ਕਹਾਂ ਗਏ ਜੀ। ਹੁਣ ਇਸ ਸ਼ਬਦ ਦੀ ਕਥਾ ਹੋਈ ਤੇ ਉਹ ਜਿਹੜਾ ਰਾਗੀ ਹੈ ਉੱਥੇ ਉਹਨਾਂ ਦਾ ਇਹ ਸੁਭਾਅ ਹੈ ਕਿ ਜਿਹੜਾ ਸ਼ਬਦ ਦੀ ਕਥਾ ਹੁੰਦੀ ਉਹ ਉਹੀ ਸ਼ਬਦ ਪੜ੍ਹਦੇ ਨੇ। ਠੀਕ ਹੈ। ਇਸ ਸ਼ਬਦ ਦੀ ਕਥਾ ਹੋਈ ਤੇ ਉਹਨਾਂ ਨੇ ਰਾਗੀ ਸਿੰਘਾਂ ਨੇ ਇਹ ਸ਼ਬਦ ਗਾਇਨ ਕਰ ਦਿੱਤਾ ਜੀ। ਜਦੋਂ ਗਾਇਨ ਕਰ ਦਿੱਤਾ, ਸ਼ਾਮ ਨੂੰ ਉਹਨਾਂ ਨੂੰ ਕਮੇਟੀ ਵਾਲਿਆਂ ਨੇ ਦਫ਼ਤਰ ਵਿੱਚ ਬੁਲਾ ਲਿਆ। ਦਫ਼ਤਰ ਵਿੱਚ ਬੁਲਾ ਲਿਆ ਤੇ ਇਹ ਗੱਲ ਮੈਨੂੰ ਉਹਨਾਂ ਨੇ ਖੁਦ ਦੱਸੀ, ਉਸ ਰਾਗੀ ਜਥੇ ਨੇ। ਕਹਿੰਦੇ ਜੀ ਸਾਨੂੰ ਕਮੇਟੀ ਨੇ ਦਫ਼ਤਰ ਵਿੱਚ ਬੁਲਾ ਲਿਆ ਤੇ ਪੁੱਛਿਆ ਕਿ ਤੁਸੀਂ ਅੱਜ ਜਿਹੜਾ ਸ਼ਬਦ ਪੜ੍ਹਿਆ ਇਹ ਕਿਉਂ ਪੜ੍ਹਿਆ। ਉਹ ਕਹਿੰਦੇ ਜੀ ਅਸੀਂ ਤੇ ਰੋਜ਼ ਇਹੀ ਜਿਹੜੇ ਸ਼ਬਦ ਦੀ ਕਥਾ ਹੁੰਦੀ ਅਸੀਂ ਉਹੀ ਰੋਜ਼ ਸ਼ਬਦ ਪੜ੍ਹ ਦਿੰਦੇ ਆ ਜੀ। ਤੇ ਕਹਿੰਦੇ ਇਹ ਸ਼ਬਦ ਸਵੇਰੇ ਸਵੇਰੇ ਨਹੀਂ ਪੜ੍ਹਿਆ ਜਾਂਦਾ। ਠੀਕ ਹੈ। ਇਹ ਸ਼ਬਦ ਸਵੇਰੇ ਸਵੇਰੇ ਪੜ੍ਹਨ ਵਾਲਾ ਨਹੀਂ, ਇਹ ਸ਼ਬਦ ਕਬੀਰ ਸਾਹਿਬ ਜੀ ਦਾ ਹੈ। ਇਹ ਬਾਣੀ ਜਿਹੜੀ ਹੈ ਇਹ ਮਰਨ ਦੇ ਨਾਲ, ਮੌਤ ਦੇ ਨਾਲ ਸੰਬੰਧਿਤ ਇਹ ਸ਼ਲੋਕ ਹੈ। ਪਰ ਜਦੋਂ ਆਪਾਂ ਉਹਦੇ ਅਰਥ ਦੇਖਾਂਗੇ ਉਹ ਬਿਲਕੁਲ ਵੀ ਮੌਤ ਦੇ ਨਾਲ ਸੰਬੰਧਿਤ ਨਹੀਂ ਹੈ। ਬਿਲਕੁਲ ਵੀ ਉਹਦਾ ਕਿਤੇ ਲਾਗੇ ਛਾਗੇ ਵੀ ਮੌਤ ਦੇ ਨਹੀਂ ਹੈ ਉਹ ਜੀ। ਉਹਦੇ ਵਿੱਚ ਦੱਸਿਆ ਇਹ ਗਿਆ ਕਿ ਬਾਬਾ ਬੋਲਤੇ ਤੇ ਕਹਾਂ ਗਏ, ਜਿਹੜੇ ਬੰਦੇ ਦੀ ਦੇਹੀ ਦੇ ਨਾਲ, ਦੇਹੀ ਕੇ ਸੰਗ ਰਹਤੇ, ਠੀਕ, ਜਿਹੜੇ ਦੇਹੀ ਦੇ ਨਾਲ ਰਹਿੰਦੇ ਸੀ, ਕਾਮ ਕ੍ਰੋਧ ਵਗੈਰਾ, ਉਹ ਕਿੱਥੇ ਚਲੇ ਗਏ। ਅਸਲ ਵਿੱਚ ਤੇ ਗੱਲ ਕੁਝ ਹੋਰ ਕਹੀ ਜਾ ਰਹੀ ਹੈ, ਅਸੀਂ ਇਹਨੂੰ ਜੋੜ ਦਿੱਤਾ ਹੈ ਸ਼ਬਦ ਮੌਤ ਦੇ ਨਾਲ। ਉਹੀ ਆ ਗਈ ਨਾ ਗੱਲ ਕਿ ਭਾਵ-ਅਰਥ ਨੂੰ ਅਸੀਂ ਸਮਝਦੇ ਨਹੀਂ ਹੈਗੇ ਤੇ ਬਸ ਜੋ ਉੱਥੇ ਲਿਖਿਆ ਉਸ ਨੂੰ ਅਸੀਂ ਇੰਟਰਪ੍ਰੀਟ ਕਰ ਲੈਂਦੇ ਹਾਂ ਕਿ ਬਈ ਇਹੀ ਗੁਰੂ ਸਾਹਿਬ ਕਹਿ ਰਹੇ ਨੇ। ਬਿਲਕੁਲ, ਬਸ ਇਹੀ ਗੱਲ ਹੈ ਵੀ ਅੱਜ ਅਸੀਂ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਆਪਣੇ ਨਜ਼ਰੀਏ ਨਾਲ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਅੱਜ ਬਹੁਤੀ ਸਾਡੀ ਪ੍ਰਚਾਰਕ ਸ਼੍ਰੇਣੀ ਵੀ ਅਤੇ ਪ੍ਰਬੰਧਕ ਸ਼੍ਰੇਣੀ ਵੀ, ਅਸੀਂ ਹਰ ਇੱਕ ਬੰਦਾ ਗੁਰੂ ਨੂੰ ਆਪਣੇ ਨਜ਼ਰੀਏ ਨਾਲ ਦੇਖਣ ਦੀ ਕੋਸ਼ਿਸ਼ ਕਰਦਾ ਹੈ, ਨਾ ਕਿ ਗੁਰੂ ਦੇ ਨਜ਼ਰੀਏ ਨਾਲ। ਬਿਲਕੁਲ, ਸਾਨੂੰ ਚਾਹੀਦਾ ਇਹ ਹੈ ਕਿ ਅਸੀਂ ਗੁਰੂ ਦੀ ਮੱਤ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰੀਏ, ਨਾ ਕਿ ਗੁਰੂ ਨੂੰ ਆਪਣੀ ਮੱਤ ਅਨੁਸਾਰ ਚਲਾਉਣ ਦੀ ਕੋਸ਼ਿਸ਼ ਕਰੀਏ। ਬਿਲਕੁਲ ਜੀ। ਸੋ 9ਵੇਂ ਮਹੱਲੇ ਸ਼ਲੋਕ ਦੇ ਵਿੱਚ ਵੀ ਜੋ ਗੁਰੂ ਸਾਹਿਬ ਇਹੀ ਜੋ ਜੀਵਨ ਉਪਦੇਸ਼ ਕਰ ਰਹੇ ਨੇ ਤੇ ਉਸ ਨੂੰ ਸਾਰਾ ਜੀਵਨ ਦਾ ਸੰਗ੍ਰਹਿ ਜੋ ਹੈ ਉਸ ਨੂੰ ਇਕੱਠਾ ਕਰਕੇ ਸਾਡੇ ਤੱਕ ਲੈ ਕੇ ਆ ਰਹੇ ਨੇ। ਆਓ ਸ਼ੁਰੂਆਤ ਕਰਦੇ ਹਾਂ ਜੀ। ਜੀ, ਸਭ ਤੋਂ ਪਹਿਲਾਂ ਜਿਵੇਂ ਗੁਰੂ ਸਾਹਿਬ ਜਦੋਂ ਵੀ ਕੋਈ ਬਾਣੀ ਆਰੰਭ ਕਰਦੇ ਨੇ ਤੇ ਉਸ ਦੇ ਉੱਪਰ ਮੂਲ ਮੰਤਰ ਲਿਖਦੇ ਨੇ। ਠੀਕ ਹੈ। ਮੂਲ ਮੰਤਰ ਸ਼ਾਰਟਕਟ ਦੇ ਵਿੱਚ ਵੀ ਹੁੰਦਾ ਹੈ ਤੇ ਪੂਰਾ ਵੀ ਆ ਜਾਂਦਾ ਜੀ। ਪੂਰਾ ਇੱਕ ਓਂਕਾਰ ਤੋਂ ਸਤਿਗੁਰ ਪ੍ਰਸਾਦ ਤੱਕ ਤੇ ਗੁਰ ਪ੍ਰਸਾਦ ਤੱਕ, ਤੇ ਫਿਰ ਸ਼ਾਰਟ ਦੇ ਵਿੱਚ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਤਿਗੁਰੂ ਜੀ ਨੇ ਪਹਿਲਾਂ ਆਰੰਭਤਾ ਕੀਤੀ ਇੱਕ ਓਂਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਸਰਵ ਵਿਆਪਕ ਹੈ, ਗੁਰੂ ਦੀ ਕਿਰਪਾ ਦੇ ਰਾਹੀਂ ਉਸ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ। ਅੱਗੇ ਸ਼ਲੋਕ ਮਹਿਲਾ 9ਵਾਂ, 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕ ਜੀ। 9ਵੇਂ ਸ਼ਰੀਰ ਗੁਰੂ ਤੇਗ ਬਹਾਦਰ ਸਾਹਿਬ। ਗੁਰੂ ਸਾਹਿਬ ਸਮਝਾਉਂਦੇ ਨੇ ਕਿ ਮਨੁੱਖ ਨੇ ਆਪਣੇ ਜੀਵਨ ਦੇ ਵਿੱਚ ਕਹਿੰਦੇ ਕੀ ਕੁਝ ਕੀਤਾ ਹੁਣ ਤੱਕ। ਕਿਸੇ ਦੀ ਉਮਰ 20 ਸਾਲ ਹੈ, ਕਿਸੇ ਦੀ 30 ਸਾਲ ਹੈ, ਕਿਸੇ ਦੀ 50 ਸਾਲ ਹੈ, ਵੀ ਇਸ ਇੰਨੇ ਪੀਰੀਅਡ ਦੇ ਵਿੱਚ, 50 ਸਾਲ ਦੇ ਪੀਰੀਅਡ ਵਿੱਚ ਮਨੁੱਖ ਨੇ ਹੁਣ ਤੱਕ ਕੀ ਕੀਤਾ ਜੀ। ਗੁਰੂ ਸਾਹਿਬ ਆਖਦੇ ਨੇ, ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ। ਪਰਮਾਤਮਾ ਦੇ ਉਸ ਵਾਹਿਗੁਰੂ ਦੇ ਗੋਬਿੰਦ ਦੇ ਗੁਣ ਨਹੀਂ ਗਾਏ। ਠੀਕ। ਕੀ ਕਰ ਦਿੱਤਾ? ਜਨਮ ਅਕਾਰਥ ਕੀਨ। ਇਸ ਨੇ ਕੋਈ ਵੀ ਚੰਗਾ ਕਾਰਜ ਨਹੀਂ ਕੀਤਾ ਜੀ। ਨਾ ਇਸ ਨੇ ਪਰਮਾਤਮਾ ਦੇ ਨਾਲ ਕੋਈ ਸਾਂਝ ਪਾਈ, ਕੋਈ ਧਰਮ ਦਾ ਕਰਮ ਨਹੀਂ ਕੀਤਾ, ਕੋਈ ਵੀ ਮਨੁੱਖਤਾ ਦੀ ਭਲਾਈ ਵਾਸਤੇ ਕੋਈ ਕਾਰਜ ਨਹੀਂ ਕੀਤਾ, ਇਨਸਾਨੀਅਤ ਵਾਸਤੇ ਕੋਈ ਵੀ ਕੁਝ ਵੀ ਨਹੀਂ ਕੀਤਾ ਜੀ। ਤੇ ਆਪਣਾ ਜਨਮ ਜਿਹੜਾ ਹੈ ਉਹ ਵਿਅਰਥ ਲੰਘਾ ਦਿੱਤਾ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਆਪਣਾ ਜਨਮ ਵਿਅਰਥ ਲੰਘਾਇਆ ਹੈ ਜੀ। ਤੇ ਗੁਰੂ ਸਾਹਿਬ ਇਸ ਦੇ ਬਾਰੇ ਵਿੱਚ ਬਾਣੀ ਅੰਦਰ ਵਿਸਥਾਰ ਨਾਲ ਸਮਝਾਉਂਦੇ ਨੇ। ਕਹਿੰਦੇ ਮਨੁੱਖ ਨੇ ਸਿਰਫ ਆਪਣੇ ਜੀਵਨ ਦਾ ਮਨੋਰਥ ਕੀ ਸਮਝਿਆ। ਮੈਂ ਕਈ ਵਾਰ ਆਖਦਾ ਵਾਂ ਕਿ ਅਸੀਂ ਆਪਣੇ ਜੀਵਨ ਦਾ ਮਨੋਰਥ ਸਿਰਫ ਇਹ ਮਿਥ ਲਿਆ ਕਿ ਸ਼ਾਇਦ ਡਾਕਟਰ ਬਣਨਾ ਹੀ ਜੀਵਨ ਦਾ ਮਨੋਰਥ ਹੈ, ਸ਼ਾਇਦ ਪਾਇਲਟ ਬਣਨਾ, ਕੋਈ ਇੰਜੀਨੀਅਰ ਬਣਨਾ, ਸ਼ਾਇਦ ਜ਼ਿੰਦਗੀ ਦਾ ਮਨੋਰਥ ਸਿਰਫ ਪੈਸਾ ਕਮਾਉਣਾ ਜੀ। ਅੱਜ ਬਹੁਤਾਤ ਦੁਨੀਆ ਦੀ ਇਹ ਹੈ, ਵੇਖੋ ਪੈਸਾ ਕਮਾਉਣਾ ਮਾੜਾ ਨਹੀਂ ਹੈ। ਗੁਰਬਾਣੀ ਨੇ ਕਿਤੇ ਵੀ ਨਹੀਂ ਆਖਿਆ ਕਿ ਤੂੰ ਪੈਸਾ ਨਾ ਕਮਾ।
ਗੁਰਬਾਣੀ ਨੇ ਕਿਤੇ ਵੀ ਨਹੀਂ ਆਖਿਆ ਕਿ ਰੱਬ ਦਾ ਪਿਆਰਾ ਜਿਹੜਾ ਭਗਤ ਹੈ ਉਹ ਕੰਗਾਲ ਹੋਣਾ ਚਾਹੀਦਾ, ਗਰੀਬ ਹੋਣਾ ਚਾਹੀਦਾ, ਕਿਤੇ ਵੀ ਨਹੀਂ ਆਖਿਆ ਜੀ। ਗੁਰੂ ਸਾਹਿਬ ਕਹਿੰਦੇ ਕਮਾਓ ਪੈਸਾ, ਰੱਜ ਕੇ ਕਰਾਓ, ਕਰੋੜਾਂ ਕਮਾਓ, ਅਰਬਾਂ ਕਮਾਓ, ਪਰ ਮਨਾ ਨਹੀਂ ਕੀਤਾ। ਪਰ ਗੱਲ ਇਹ ਦੱਸੀ ਕਿ ਪ੍ਰਮਾਤਮਾ ਨੂੰ ਨਾ ਭੁਲਾਓ, ਵਿਸਾਰੋ ਨਾ, ਪ੍ਰਮਾਤਮਾ ਨੂੰ ਵਿਸਾਰੋ ਨਾ, ਉਹਨੂੰ ਚੇਤੇ ਨਾ ਭੁਲਾਓ, ਉਹਦੀ ਬਖਸ਼ਿਸ਼ ਨੂੰ, ਉਹਦੀ ਰਹਿਮਤ ਨੂੰ ਹਮੇਸ਼ਾ ਚੇਤੇ ਰੱਖੋ ਜੀ। ਤੇ ਪੈਸਾ ਕਮਾਉਣ ਤੋਂ ਮਨਾ ਨਹੀਂ ਕੀਤਾ। ਤੇ ਅੱਜ ਮਨੁੱਖ ਦੀ ਦੌੜ ਸਿਰਫ ਪੈਸਾ ਕਮਾਉਣ ਤੇ ਲੱਗੀ ਹੋਈ ਹੈ। ਹਰ ਇੱਕ ਮਨੁੱਖ ਇਹੀ ਚਾਹੁੰਦਾ ਕਿ ਮੈਂ ਪੈਸਾ ਕਮਾਵਾਂ, ਪੈਸਾ ਕਮਾਵਾਂ, ਅਮੀਰ ਹੋਵਾਂ, ਵੱਡਾ ਆਦਮੀ ਬਣਾ। ਤੇ ਅਸੀਂ ਆਪਣੇ ਬੱਚਿਆਂ ਦੇ ਦਿਮਾਗ ਵਿੱਚ ਵੀ ਇਹੀ ਕੁਝ ਭਰ ਰਹੇ ਹਾਂ ਕਿ ਵੱਡੇ ਹੋ ਕੇ ਪੈਸਾ ਕਮਾਈਦਾ ਹੈ, ਤਰੱਕੀ ਕਰੀਦੀ ਹੈ। ਤਰੱਕੀ ਕਰਨੀ ਚਾਹੀਦੀ ਹੈ ਜੀ, ਆਪਣੇ ਜੀਵਨ ਵਿੱਚ ਹਰ ਇੱਕ ਇਨਸਾਨ ਤਰੱਕੀ ਕਰਨਾ ਚਾਹੁੰਦਾ, ਪਰ ਕੀ ਸਿਰਫ ਪੈਸਾ ਕਮਾਉਣ ਦਾ ਨਾਮ ਹੀ ਤਰੱਕੀ ਹੈ? ਜੀ। ਕੀ ਸਿਰਫ ਇੰਜੀਨੀਅਰ ਬਣ ਜਾਣਾ, ਡਾਕਟਰ ਬਣਨਾ ਹੀ ਜੀਵਨ ਦਾ ਮਨੋਰਥ ਹੈ? ਜੀ। ਕਈ ਵਾਰ ਐਸਾ ਵੀ ਹੁੰਦਾ ਕਿ ਪੜ੍ਹਾਈ ਕਰਨ ਦਾ ਮਤਲਬ ਕੀ? ਪੜ੍ਹਾਈ ਕਰਨ ਦਾ ਮਤਲਬ ਡਾਕਟਰ ਬਣਨਾ, ਪੜ੍ਹਾਈ ਕਰਨ ਦਾ ਮਤਲਬ ਇੰਜੀਨੀਅਰ ਬਣਨਾ। ਰਾਈਟ। ਕੀ ਸਿਰਫ ਇੰਨਾ ਕੀ ਮਤਲਬ ਹੈ? ਅਸੀਂ ਇੱਥੇ ਤੱਕ ਹੀ ਰੁਕ ਕੇ ਰਹਿ ਗਏ, ਬੜਾ ਸੀਮਤ ਕਰ ਲਿਆ ਅਸੀਂ ਆਪਣੇ ਵਿਜ਼ਨ ਨੂੰ ਕਿ ਅਸੀਂ ਜੋ ਕੁਝ ਵੀ ਕਰ ਰਹੇ ਹਾਂ ਉਸ ਦਾ ਐਂਡ ਰਿਜ਼ਲਟ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹ ਪੈਸੇ ਨਾਲ ਜੋੜ ਦਿੱਤਾ, ਪਰ ਉਸ ਦੇ ਨਾਲ ਸਾਡਾ ਮਾਨਸਿਕ ਤੌਰ ਉੱਤੇ ਜਾਂ ਸਾਡਾ ਅਧਿਆਤਮਿਕ ਤੌਰ ਤੇ ਕੀ ਰੋਲ ਹੈ ਉਸ ਬਾਰੇ ਅਸੀਂ ਭੁੱਲ ਗਏ। ਇਸ ਬਾਰੇ ਗੱਲਬਾਤ ਕਰਨੀ ਜਿਸ ਬ੍ਰੇਕ ਤੋਂ ਬਾਅਦ। ਨੌਵੇਂ ਮਹੱਲੇ ਦੇ ਸ਼ਲੋਕਾਂ ਦੀ ਅੱਜ ਅਸੀਂ ਵਿਆਖਿਆ ਤੁਹਾਡੇ ਨਾਲ ਸਾਂਝ ਉਸਦੀ ਪਾ ਰਹੇ ਹਾਂ ਜੀ। ਭਾਈ ਸਾਹਿਬ ਭਾਈ ਬਲਜੀਤ ਸਿੰਘ ਤਲਵੰਤ ਸਾਡੇ ਨਾਲ ਸਾਂਝ ਪਾ ਰਹੇ ਨੇ। ਆਓ ਇਸੀ ਵਿੱਚ ਤੁਹਾਨੂੰ ਮੁੜ ਤੋਂ ਜੋੜਦੇ ਹਾਂ ਜੀ। ਭਾਈ ਸਾਹਿਬ, ਸੋ ਬ੍ਰੇਕ ਤੋਂ ਪਹਿਲਾਂ ਜੋ ਮਨੋਰਥ ਦੀ ਅਸੀਂ ਗੱਲ ਕਰ ਰਹੇ ਸੀ, ਜੀਵਨ ਦਾ ਮਨੋਰਥ ਸਾਨੂੰ ਪਤਾ ਹੀ ਨਹੀਂ ਲੱਗਾ। ਬਿਲਕੁਲ, ਅਸੀਂ ਸਿਰਫ ਮਾਇਆ ਤੱਕ ਉਸ ਨੂੰ ਜੋੜ ਦਿੱਤਾ ਕਿ ਪੜ੍ਹਾਈ ਕਰਾਂਗੇ, ਪੈਸੇ ਆਣਗੇ, ਨੌਕਰੀ ਹੋਏਗੀ, ਕੱਦ ਉੱਚਾ ਹੋਏਗਾ, ਸਮਾਜ ਦੇ ਵਿੱਚ ਬੱਲੇ ਬੱਲੇ ਹੋਏਗੀ, ਇੱਥੋਂ ਤੱਕ ਰਹਿ ਗਏ। ਸੋ ਮਨੋਰਥ ਨੂੰ ਅਸੀਂ ਸਮਝ ਨਹੀਂ ਸਕੇ। ਸੋ ਗੁਰੂ ਸਾਹਿਬ ਇਸ ਬਾਣੀ ਦੇ ਵਿੱਚ ਕੀ ਸਾਨੂੰ ਉਪਦੇਸ਼ ਕਰ ਰਹੇ ਨੇ? ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ ਕਿ ਇਸ ਆਪਣੇ ਜੀਵਨ ਦੇ ਵਿੱਚ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈ ਕਿ ਸੰਸਾਰ ਦੇ ਵਿੱਚ ਜਿਵੇਂ ਸੰਸਾਰ ਚੱਲਦਾ, ਸਾਨੂੰ ਉਹਨਾਂ ਦੇ ਨਾਲ ਚੱਲਣਾ ਪਏਗਾ ਜੀ। ਅੱਜ ਸਮੇਂ ਦੇ ਨਾਲ ਕਿਉਂਕਿ ਅੱਜ ਇਨਫੋਰਮੇਸ਼ਨ ਟੈਕਨੋਲੋਜੀ ਦਾ ਯੁੱਗ ਅਸੀਂ ਕਹਿੰਦੇ ਆ ਕਿ ਸਾਇੰਸ ਦਾ ਯੁੱਗ ਹੈ, ਤੇ ਅੱਜ ਸਾਨੂੰ ਇਸ ਸਮੇਂ ਦੇ ਹਾਣੀ ਬਣ ਕੇ ਚੱਲਣਾ ਪਏਗਾ ਜੀ। ਅਸੀਂ ਉਹੀ ਵਿਚਾਰਧਾਰੀ ਰੂੜੀਵਾਦੀ ਵਿਚਾਰਧਾਰਾ ਨੂੰ ਅਪਣਾ ਕੇ ਨਹੀਂ ਚੱਲ ਸਕਦੇ। ਸਾਨੂੰ ਅੱਜ ਸੰਸਾਰ ਦੇ ਨਾਲ ਚੱਲਣਾ ਪਏਗਾ ਜੀ। ਪਰ ਸੰਸਾਰ ਦੇ ਨਾਲ ਚਲਦਿਆਂ ਚਲਦਿਆਂ ਸਾਨੂੰ ਆਪਣੇ ਪਿਛੋਕੜ ਨੂੰ, ਆਪਣੇ ਇਤਿਹਾਸ ਨੂੰ, ਆਪਣੇ ਧਰਮ ਨੂੰ ਵੀ ਭੁੱਲਣਾ ਨਹੀਂ ਚਾਹੀਦਾ ਜੀ। ਅਸੀਂ ਅੱਜ ਦੁਨੀਆ ਦੇ ਨਾਲ ਲੱਗ ਕੇ ਆਪਣੇ ਇਤਿਹਾਸ, ਆਪਣੇ ਪਿਛੋਕੜ ਨੂੰ ਭੁੱਲਦੇ ਜਾ ਰਹੇ ਹਾਂ। ਅਸੀਂ ਉਹਨਾਂ ਦੀਆਂ ਚੀਜ਼ਾਂ ਨੂੰ ਐਕਸੈਪਟ ਕਰਦੇ ਜਾ ਰਹੇ ਹਾਂ ਜੀ। ਪਰ ਜੋ ਸਾਨੂੰ ਸਮਝਣਾ ਚਾਹੀਦਾ ਹੈ, ਜੋ ਸਾਨੂੰ ਅਪਣਾਉਣਾ ਚਾਹੀਦਾ ਹੈ, ਅਸੀਂ ਉਹਨੂੰ ਨਹੀਂ ਅਪਣਾ ਰਹੇ ਜੀ। ਗੁਰੂ ਸਾਹਿਬ ਸਮਝਾਉਂਦੇ ਨੇ ਜੀਵਨ ਦਾ ਮਨੋਰਥ ਪੈਸਾ ਕਮਾਉਣਾ ਨਹੀਂ ਹੈ। ਜਿੱਥੇ ਇਸ ਸੰਸਾਰ ਦੇ ਵਿੱਚ ਅਸੀਂ ਪੈਸਾ ਕਮਾਉਣਾ ਹੈ, ਕੰਮ ਕਰਨਾ ਹੈ, ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ, ਉੱਥੇ ਨਾਲ ਨਾਲ ਅਸੀਂ ਕੁਝ ਐਸਾ ਕਰਮ ਵੀ ਕਰਨਾ ਹੈ ਜੀ ਮਨੁੱਖਤਾ ਦੀ ਭਲਾਈ ਵਾਸਤੇ, ਆਪਣੇ ਭਲੇ ਵਾਸਤੇ। ਜਿਵੇਂ ਅਸੀਂ ਕਹਿੰਦੇ ਹਾਂ ਵੀ ਸੁੱਖ ਸ਼ਾਂਤੀ ਵਾਸਤੇ ਜੀ। ਹਰ ਇੱਕ ਮਨੁੱਖ ਦੀ ਇੱਕੋ ਹੀ ਇੱਛਾ ਹੁੰਦੀ ਹੈ ਕਿ ਮੈਨੂੰ ਸੁੱਖ ਮਿਲੇ, ਸ਼ਾਂਤੀ ਮਿਲੇ। ਤੇ ਬਹੁਤੇ ਬੰਦੇ ਜਿਨ੍ਹਾਂ ਨੇ ਜੀਵਨ ਦਾ ਮਨੋਰਥ ਸਿਰਫ ਪੈਸਾ ਕਮਾਉਣਾ ਮਿੱਥਿਆ ਹੈ, ਉਹ ਦੁਖੀ ਉਹੀ ਮਿਲਣਗੇ। ਠੀਕ, ਪੈਸੇ ਦੇ ਨਾਲ ਸੁੱਖ ਤਾਂ ਹਾਸਲ ਨਹੀਂ ਹੋਇਆ ਉਹਨਾਂ ਨੂੰ, ਸੁੱਖ ਸਹੂਲਤਾਂ ਤੇ ਮਿਲ ਗਈਆਂ, ਪੈਸੇ ਦੇ ਨਾਲ ਉਹਨਾਂ ਨੂੰ ਦਵਾਈ ਤੇ ਮਿਲ ਗਈ ਪਰ ਤੰਦਰੁਸਤੀ ਨਹੀਂ ਮਿਲੀ, ਪੈਸੇ ਦੇ ਨਾਲ ਹੋਰ ਚੀਜ਼ਾਂ ਤੇ ਮਿਲ ਗਈਆਂ ਪਰ ਉਹ ਜੋ ਚੀਜ਼ ਅੰਦਰ ਦਾ ਸੁੱਖ ਸੀ, ਮਨ ਦੀ ਸ਼ਾਂਤੀ ਸੀ, ਉਹ ਨਹੀਂ ਮਿਲ ਪਾਈ। ਰਾਈਟ। ਤੇ ਉਹ ਅਸਲ ਵਿੱਚ ਉਸ ਸੁੱਖ ਨੂੰ ਹਾਸਲ ਕਰਨਾ ਹੀ ਜੇ ਆਪਾਂ ਜੀਵਨ ਦਾ ਮਨੋਰਥ ਕਹਿ ਲਈਏ ਤੇ ਕੋਈ ਗਲਤ ਨਹੀਂ ਹੋਵੇਗਾ ਜੀ, ਕਿਉਂਕਿ ਪੈਸੇ ਦੇ ਵਿੱਚ ਉਹ ਸੁੱਖ ਨਹੀਂ ਹੈ। ਠੀਕ। ਤੇ ਉਹ ਸੁੱਖ ਕਿੱਥੋਂ ਹੈ? ਉਹ ਸੁੱਖ ਹੈ ਮਨੁੱਖਤਾ ਦੀ ਸੇਵਾ ਵਿੱਚ, ਉਹ ਸੁੱਖ ਹੈ ਉਸ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ, ਉਹ ਸੁੱਖ ਹੈ ਉਸ ਪ੍ਰਮਾਤਮਾ ਦੇ ਹੁਕਮ ਅੰਦਰ ਚੱਲਿਆ ਜੀ। ਤੇ ਜੀਵਨ ਦਾ ਮਨੋਰਥ ਜੇ ਗੁਰਬਾਣੀ ਨੂੰ ਆਪਾਂ ਆਧਾਰ ਬਣਾ ਕੇ ਚੱਲੀਏ ਤਾਂ ਗੁਰੂ ਸਾਹਿਬ ਆਖਦੇ ਨੇ, ਕਹਿੰਦੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਉਸ ਵਾਹਿਗੁਰੂ ਨੂੰ, ਉਸ ਪਰਮੇਸ਼ਰ ਨੂੰ ਮਿਲਣ ਦੀ ਵਾਰੀ ਹੈ ਜੀ। ਉਸ ਪਰਮੇਸ਼ਰ ਨੂੰ ਮਿਲਣਾ ਕਿਵੇਂ ਹੈ? ਸੰਸਾਰ ਦੇ ਵਿੱਚ ਰਹਿ ਕੇ ਹੀ ਨਿਰੰਕਾਰ ਨੂੰ ਮਿਲਿਆ ਜਾ ਸਕਦਾ ਹੈ। ਠੀਕ। ਤੇ ਇਸ ਲਈ ਤੇ ਫਿਰ ਉਸ ਵਾਹਿਗੁਰੂ ਨੂੰ ਮਿਲਣ ਦਾ ਢੰਗ ਕੀ ਹੈ? ਫਿਰ ਕਿਵੇਂ ਮਿਲਿਆ ਜਾਵੇ? ਵੀ ਮਨੁੱਖ ਨੇ ਜੀਵਨ ਤੇ ਅਕਾਰਥ ਖੋ ਦਿੱਤਾ ਜੀ। ਵੀ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਪਰਮਾਤਮਾ ਦੇ ਗੁਣ ਨਹੀਂ ਗਾਏ ਤੇ ਜਨਮ ਵਿਅਰਥ ਗਵਾਇਆ ਜੀ। ਤੇ ਕੀ ਕਰਨਾ ਚਾਹੀਦਾ ਸੀ? ਸਤਿਗੁਰੂ ਆਖਦੇ ਨੇ, ਕਹੁ ਨਾਨਕ ਹਰਿ ਭਜ ਮਨਾ। ਕਿਵੇਂ ਭਜਣਾ? ਜੇ ਵਿਦ ਜਲ ਕੋ ਮੀਨ। ਵੀ ਇਸ ਤਰੀਕੇ ਨਾਲ ਉਹਨੂੰ ਸਿਮਰਨਾ ਜੀ। ਇਸ ਤਰੀਕੇ ਨਾਲ ਜਿਵੇਂ ਮਛਲੀ ਪਾਣੀ ਨੂੰ ਸਿਮਰਦੀ ਹੈ।
ਜਿਵੇਂ ਮਛਲੀ ਦੀ ਪਾਣੀ ਦੇ ਨਾਲ ਪ੍ਰੀਤ ਹੈ, ਇਸ ਢੰਗ ਨਾਲ ਤੇਰੀ ਪ੍ਰਮਾਤਮਾ ਦੇ ਨਾਲ ਪ੍ਰੀਤ ਹੋਣੀ ਚਾਹੀਦੀ ਜੀ। ਵੀ ਐਸਾ ਨਹੀਂ ਹੈ ਕਿ ਬੱਧਾ ਚੱਟੀ ਵੀ ਸਵੇਰੇ ਮੱਥਾ ਟੇਕਿਆ ਬਸ ਗੱਲ ਖਤਮ, ਬਾਣੀ ਪੜ੍ਹ ਲਈ, ਜਪਜੀ ਸਾਹਿਬ ਪੜ੍ਹ ਲਿਆ ਤੇ ਮੇਰਾ ਕੰਮ ਖਤਮ ਹੋ ਗਿਆ, ਨਹੀਂ ਜੀ। ਵੀ ਪ੍ਰੀਤ ਹੋਣੀ ਚਾਹੀਦੀ ਹੈ ਮਛਲੀ ਦੀ ਤਰ੍ਹਾਂ। ਉਹਨੂੰ ਜੇ ਪਾਣੀ ਚੋਂ ਕੱਢ ਵੀ ਲਓ ਉਹ ਤਾਂ ਵੀ ਤੜਫਦੀ ਰਹਿੰਦੀ ਹੈ, ਜੇ ਉਹਨੂੰ ਕੱਟ ਕੇ ਉਹਨੂੰ ਬਣਾ ਵੀ ਲਿਆ ਜਾਵੇ ਉਹਨੂੰ ਤਾਂ ਵੀ ਉਹ ਖਾਣ ਵਾਲਾ ਵੀ ਪਾਣੀ ਪਾਣੀ ਮੰਗਦਾ ਰਹਿੰਦਾ, ਉਹ ਮਰਨ ਤੋਂ ਬਾਅਦ ਵੀ ਪਾਣੀ ਨਹੀਂ ਛੱਡਦੀ। ਬਸ ਇਸੇ ਤਰ੍ਹਾਂ ਜਿਵੇਂ ਉਸ ਮਛਲੀ ਦੀ ਪਾਣੀ ਦੇ ਨਾਲ ਪ੍ਰੀਤ ਹੈ, ਇਸ ਢੰਗ ਦੇ ਨਾਲ ਮਨੁੱਖ ਨੂੰ ਉਸ ਪਰਮਾਤਮਾ ਦੇ ਨਾਲ ਜੁੜਨਾ ਚਾਹੀਦਾ, ਬੱਧਾ ਚੱਟੀ ਨਹੀਂ। ਗੁਰੂ ਅੰਗਦ ਸਾਹਿਬ ਜੀ ਨੇ ਇਸ ਬਾਰੇ ਇੱਕ ਸ਼ਲੋਕ ਉਚਾਰਨ ਕੀਤਾ। ਗੁਰੂ ਅੰਗਦ ਸਾਹਿਬ ਆਖਦੇ ਨੇ, ਕਹਿੰਦੇ ਜੇ ਤੇ ਬੰਦਾ ਕਰਮ ਕਰਦਾ ਹੈ ਪ੍ਰੇਮ ਦੇ ਨਾਲ, ਜੀ, ਪਿਆਰ ਦੇ ਨਾਲ, ਤੇ ਉਹਦਾ ਕੀਤਾ ਹੋਇਆ ਭਾਵੇਂ ਕੋਈ ਮਾਮੂਲੀ ਜਿਹਾ ਕਰਮ ਹੋਵੇ ਉਹ ਵੀ ਸ੍ਰੇਸ਼ਟ ਹੋ ਜਾਂਦਾ ਹੈ। ਠੀਕ। ਜੇ ਮਨੁੱਖ ਆਪਣੇ ਬੱਧਾ ਚੱਟੀ ਕਰਦਾ, ਦਿਲ ਨਹੀਂ ਕਰਦਾ ਪਰ ਮਜਬੂਰੀ ਬਸ ਆਉਂਦਾ, ਦਿਲ ਨਹੀਂ ਕਰਦਾ ਬਾਣੀ ਪੜ੍ਹਨ ਨੂੰ ਪਰ ਮਜਬੂਰੀ ਕਰਨ, ਦਿਲ ਨਹੀਂ ਕਰਦਾ ਸੇਵਾ ਕਰਨ ਨੂੰ ਪਰ ਮਜਬੂਰੀ ਬਸ ਕਰਦਾ, ਜੀ, ਤੇ ਉਹਦਾ ਕੀਤਾ ਹੋਇਆ ਉਹ ਸ੍ਰੇਸ਼ਟ ਕਰਮ ਵੀ ਕੋਈ ਬਹੁਤੀ ਮਹੱਤਤਾ ਨਹੀਂ ਰੱਖਦਾ, ਕਿਉਂਕਿ ਬੱਧਾ ਚੱਟੀ ਕੀਤਾ। ਗੁਰੂ ਸਾਹਿਬ ਆਖਦੇ ਨੇ, ਬੱਧਾ ਚੱਟੀ ਜੋ ਭਰੈ ਨਾ ਗੁਣ ਨਾ ਉਪਕਾਰ, ਜੀ, ਉਹ ਕਿਸੇ ਲੇਖੇ 'ਚ ਨਹੀਂ ਪੈਂਦਾ। ਇਸ ਲਈ ਪ੍ਰੇਮ ਦੇ ਨਾਲ ਕੀਤਾ ਹੋਇਆ ਕਾਰਜ ਹੀ ਸਫਲ ਹੁੰਦਾ ਹੈ। ਤੇ ਜਿਵੇਂ ਮਛਲੀ ਦਾ ਪਾਣੀ ਨਾਲ ਪ੍ਰੇਮ ਹੈ, ਇਸੇ ਤਰ੍ਹਾਂ ਮਨੁੱਖ ਦੀ ਪ੍ਰਮਾਤਮਾ ਦੇ ਨਾਲ ਪ੍ਰੀਤ ਹੋਣੀ ਚਾਹੀਦੀ, ਇਸ ਤਰੀਕੇ ਨਾਲ ਪ੍ਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ, ਜੀ। ਤੇ ਅਗਲੇ ਇਸੇ ਲੜੀ ਦੇ ਵਿੱਚ ਚੱਲਦੇ ਹਾਂ, ਵਿਚਾਰਦੇ ਹਾਂ, ਗੁਰੂ ਸਾਹਿਬ ਅਗਲੇ ਸ਼ਲੋਕ ਅੰਦਰ ਸਾਨੂੰ ਸਮਝਾਉਂਦੇ ਨੇ ਕਿ ਜਨਮ ਅਕਾਰਥ ਗਿਆ ਕਿਵੇਂ ਗਿਆ। ਹੁਣ ਅਗਲੇ ਸ਼ਲੋਕਾਂ ਅੰਦਰ ਸਤਿਗੁਰੂ ਜੀ ਇਹਦਾ ਨਿਰਣਾ ਕਰਦੇ ਨੇ, ਆਖਦੇ ਨੇ, ਵਿਖਿਆਨ ਸਿਉ ਕਾਹੇ ਰਚਿਓ, ਵਿਸ਼ਿਆਂ ਵਿਕਾਰਾਂ ਦੇ ਵਿੱਚ, ਵਿਖਿਆਨ ਸਿਉ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ। ਕਹਿੰਦੇ ਵਿਖਿਆਂ ਦੇ ਵਿੱਚ ਤੂੰ ਫਸਿਆ ਹੋਇਆ, ਜੀ, ਕਾਮ ਕ੍ਰੋਧ ਦੇ ਵਿੱਚ ਫਸਿਆ, ਈਰਖਾ ਨਫ਼ਰਤ ਨਿੰਦਿਆ ਚੁਗਲੀ ਦੇ ਵਿੱਚ ਫਸਿਆ, ਪਰਾਇਆ ਰੂਪ ਦੇਖਣ ਦੇ ਵਿੱਚ ਫਸਿਆ ਹੋਇਆ। ਇਸ ਤਰੀਕੇ ਨਾਲ ਮਨੁੱਖ ਦਾ ਜੀਵਨ ਵਿਅਰਥ ਲੰਘਦਾ ਜਾਂਦਾ ਹੈ। ਗੁਰੂ ਤੇਗ ਬਹਾਦਰ ਜੀ ਦਾ ਆਪਾਂ ਇੱਕ ਹੋਰ ਵਚਨ ਪੜ੍ਹਦੇ ਹਾਂ, ਜੀ। ਗੁਰੂ ਸਾਹਿਬ ਉਹਦੇ ਵਿੱਚ ਸਮਝਾਉਂਦੇ ਨੇ, ਕਹਿੰਦੇ, ਮਨ ਰੇ ਕੌਣ ਕੋ ਮਤ ਤੈ ਲੀਨੀ, ਹੇ ਮਨੁੱਖ, ਹੇ ਮਨ, ਤੂੰ ਇਹ ਭੈੜੀ ਮਤ ਕਿੱਥੋਂ ਧਾਰ ਲਈ, ਜੀ, ਕਿੱਥੋਂ ਧਾਰਨ ਕਰ ਲਈ, ਆਦਤ ਕੀ ਬਣ ਗਈ ਤੇਰੀ, ਪਰ ਦਾਰਾ ਨਿੰਦਿਆ ਰਸ ਰਚਿਓ। ਦਾਰਾ ਦਾ ਅਰਥ ਹੁੰਦਾ ਇਸਤਰੀ, ਕਿ ਤੂੰ ਹੋਰਨਾਂ ਦੇ ਵੱਲ ਮਾੜੀ ਨਿਗਾਹ ਦੇ ਨਾਲ ਵੇਖਦਾ, ਜੀ, ਮਾੜੀ ਭਾਵਨਾ ਦੇ ਨਾਲ, ਮੰਦੀ ਭਾਵਨਾ ਦੇ ਨਾਲ ਤੂੰ ਲੋਕਾਂ ਵੱਲ, ਹੋਰਨਾਂ ਵੱਲ ਤੱਕਦਾ, ਕਿਸੇ ਦੀ ਬਹੂ ਬੇਟੀ ਵੱਲ ਤੂੰ ਮਾੜੀ ਨੀਤ ਨਾਲ ਵੇਖਦਾ, ਤੇ ਨਿੰਦਿਆ ਰਸ ਦੇ ਵਿੱਚ ਲੱਗਿਆ ਹੋਇਆ, ਨਿੰਦਿਆ ਚੁਗਲੀ ਦੇ ਵਿੱਚ ਗਲਤਾਨ ਹੈ, ਮੰਦਾ ਚੰਗਾ ਆਖਦਾ ਲੋਕਾਂ ਨੂੰ। ਜੇ ਕਿਸੇ ਨੂੰ ਜ਼ੁਬਾਨ ਨਾਲ ਕੁਝ ਨਹੀਂ ਕਹਿੰਦਾ ਤੇ ਮਨ ਵਿੱਚ ਉਹਨਾਂ ਦੇ ਪ੍ਰਤੀ ਮਾੜੇ ਖਿਆਲ ਲਿਆਉਣਾ। ਕਹਿੰਦੇ ਫਿਰ ਇਹ ਕੁਝ ਕਿੱਥੋਂ ਧਾਰਨ ਕਰ ਲਿਆ ਤੂੰ। ਮਨ ਰੇ ਕੌਣ ਕੋ ਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ। ਪ੍ਰਮਾਤਮਾ ਦੀ ਭਗਤੀ ਨਹੀਂ ਕੀਤੀ ਜਿਹੜਾ ਕਾਰਜ ਕਰਨਾ ਚਾਹੀਦਾ ਸੀ, ਤੇ ਲੱਗਿਆ ਕਿ ਵਿਖਿਆਨ ਸਿਉ ਰਚ ਗਿਆ, ਜੀ, ਵਿਖਿਆ ਵਿਕਾਰਾਂ ਦੇ ਵਿੱਚ ਉਲਝ ਗਿਆ। ਜਿਹੜਾ ਕਾਰਜ ਕਰਨਾ ਚਾਹੀਦਾ ਸੀ ਉਹ ਮਨੁੱਖ ਨੇ ਕੀਤਾ ਕੋਈ ਨਹੀਂ, ਉਸ ਕਾਰਜ ਵਾਲੇ ਪਾਸੇ, ਉਸ ਕੰਮ ਵਾਲੇ ਪਾਸੇ ਬਿਲਕੁਲ ਨਹੀਂ ਲੱਗਿਆ। ਤੇ ਨਿਮਖ ਨਾ ਹੋਏ ਉਦਾਸ, ਵਿਸ਼ਿਆਂ ਵਿਕਾਰਾਂ ਵੱਲੋਂ ਉਦਾਸ ਨਹੀਂ ਹੁੰਦਾ, ਇਹਨਾਂ ਵਾਲੇ ਪਾਸਿਓਂ ਹਟਦਾ ਕੋਈ ਨਹੀਂ, ਜੀ, ਕਾਮ ਕ੍ਰੋਧ ਵਾਲੇ ਪਾਸਿਓਂ ਨਹੀਂ ਹਟਦਾ, ਈਰਖਾ ਨਿੰਦਿਆ ਚੁਗਲੀ ਵਾਲੇ ਪਾਸਿਓਂ ਨਹੀਂ ਹਟਦਾ, ਇਹਦੇ ਵਿੱਚ ਹੀ ਫਿਰ ਫਸਿਆ ਰਹਿੰਦਾ। ਤੇ ਫਿਰ ਹੁੰਦਾ ਕੀ ਹੈ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਕਹੁ ਨਾਨਕ ਭਜ ਹਰ ਮਨਾ ਪਰੈ ਨਾ ਜਮ ਕੀ ਫਾਸ। ਜੇ ਪ੍ਰਮਾਤਮਾ ਨੂੰ ਤੂੰ ਭਜੇ, ਪ੍ਰਮਾਤਮਾ ਨੂੰ ਤੂੰ ਸਿਮਰੇ, ਤੇ ਤੈਨੂੰ ਕਾਮ ਕ੍ਰੋਧ ਦੀ ਫਾਹੀ ਤੇਰੇ ਗਲ ਵਿੱਚ ਕਦੇ ਵੀ ਨਹੀਂ ਪਵੇਗੀ, ਜੀ। ਕਾਮ ਕ੍ਰੋਧ ਤੈਨੂੰ ਕਦੇ ਵੀ ਨਹੀਂ ਜਕੜ ਸਕਣਗੇ, ਕਦੇ ਵੀ ਤੇਰੇ ਮਨ ਉੱਪਰ ਪ੍ਰਭਾਵ ਨਹੀਂ ਪਏਗਾ ਮਾਇਆ ਦਾ, ਰਾਈਟ। ਤੂੰ ਉਹਨਾਂ ਤੋਂ ਬਚ ਜਾਵੇਂਗਾ ਜੇ ਤੂੰ ਉਸ ਵਾਹਿਗੁਰੂ ਦੇ ਨਾਮ ਨਾਲ ਜੁੜ ਜਾਵੇਂਗਾ, ਉਸ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਵੇਂਗਾ। ਤੂੰ ਆਪਣਾ ਬਚਪਨ ਤੇ ਅਣਜਾਣਪੁਣੇ ਦੇ ਵਿੱਚ ਲੰਘਾਇਆ, ਜੀ। ਸਾਡਾ ਬਚਪਨ ਤੇ ਅਣਜਾਣਪੁਣੇ ਵਿੱਚ ਲੰਘਿਆ ਕਿਉਂਕਿ ਪਤਾ ਹੀ ਨਹੀਂ ਸੀ ਕੀ ਕਰਮ ਹੈ, ਕੀ ਧਰਮ ਹੈ, ਕੁਝ ਵੀ ਨਹੀਂ ਸੀ ਪਤਾ। ਜਦੋਂ ਜਵਾਨੀ ਆ ਗਈ, ਜਵਾਨੀ ਵਿੱਚ ਮਨੁੱਖ ਨੂੰ ਸਮਝ ਆਈ, ਸੂਝ ਆਈ, ਪਰ ਉਹ ਜਵਾਨੀ ਜਿਹੜੀ ਸੀ ਉਹ ਵੀ ਐਵੇਂ ਹੀ ਲੰਘ ਗਈ। ਉਹ ਹੱਸਣ ਖੇਡਣ ਦੇ ਅੰਦਰ, ਖਾਣ ਪੀਣ ਦੇ ਵਿੱਚ, ਇਸੇ ਤਰ੍ਹਾਂ ਹੀ ਉਹ ਸੈਟਲ ਹੋਣ ਦੇ ਵਿੱਚ ਕਿ ਸੈਟਲ ਹੋ ਜਾਈਏ, ਜੌਬ ਮਿਲ ਜਾਏ, ਇਸੇ ਤਰ੍ਹਾਂ ਹੀ ਲੰਘ ਗਈ ਜਵਾਨੀ। ਤੇ ਅਗਲੇ ਸ਼ਲੋਕ ਅੰਦਰ ਗੁਰੂ ਸਾਹਿਬ ਆਖਦੇ ਨੇ, ਕਹਿੰਦੇ, ਤਰਨ ਆਪੋ ਇਉਂ ਹੀ ਗਇਓ। ਤਰਨ ਦਾ ਅਰਥ ਵੀ ਜਵਾਨੀ, ਰਾਈਟ, ਵੀ ਜਵਾਨੀ ਜਿਹੜੀ ਇਉਂ ਹੀ ਲੰਘ ਗਈ। ਜਵਾਨੀ ਸਿਰਫ ਆਪਣੀ ਜਵਾਨੀ ਦਾ ਅਹੰਕਾਰ ਦੇ ਵਿੱਚ ਲੰਘ ਗਈ, ਆਪਣੇ ਜੋਸ਼ ਦੇ ਵਿੱਚ ਲੰਘ ਗਈ, ਜੀ। ਤੇ ਕਿਸੇ ਸਿਆਣੇ ਨੇ ਬੜੀ ਵਧੀਆ ਗੱਲ ਆਖੀ, ਕਿਸੇ ਵਿਦਵਾਨ ਨੇ, ਕਹਿੰਦਾ ਜਦੋਂ ਮਨੁੱਖ ਦੇ ਕੋਲ ਜ਼ੋਰ ਹੁੰਦਾ ਉਸ ਵਕਤ ਜੁਗਤੀ ਨਹੀਂ ਹੁੰਦੀ, ਠੀਕ। ਤੇ ਜਿਸ ਵਕਤ ਜੁਗਤੀ ਹੁੰਦੀ ਉਸ ਤੱਕ ਸਰੀਰ ਵਿੱਚ ਜ਼ੋਰ ਕੋਈ ਨਹੀਂ ਹੁੰਦਾ, ਠੀਕ। ਇਹ ਹਾਲਤ ਹੈ। ਕਹਿੰਦੇ ਜਿਹੜਾ ਜਦੋਂ ਤੇ ਜ਼ੋਰ ਸੀ, ਜਦੋਂ ਜਵਾਨੀ ਸੀ, ਉਦੋਂ ਐਵੇਂ ਹੀ ਲੰਘ ਗਿਆ ਸਮਾਂ,
ਜੀ ਐਵੇਂ ਹੀ ਹੱਸਣ ਖੇਡਣ ਵਿੱਚ, ਖਾਣ ਪੀਣ ਵਿੱਚ, ਹੋਰ ਕੰਮ ਧੰਦਿਆਂ ਦੇ ਵਿੱਚ ਲੰਘਾ ਦਿੱਤਾ। ਤਰਨ ਆਪੋ ਇਉਂ ਹੀ ਗਇਓ ਲਿਓ ਜਰਾ, ਜਰਾ ਕਹਿੰਦੇ ਨੇ ਬੁਢਾਪਾ ਜੀ, ਲਿਓ ਜਰਾ ਤਨ ਜੀਤ, ਬੁਢਾਪੇ ਨੇ ਤਨ ਨੂੰ ਜਿੱਤ ਲਿਆ। ਰਾਈਟ, ਬੁਢਾਪਾ ਆ ਗਿਆ, ਬੁੱਢਾ ਹੋ ਗਿਆ ਸਰੀਰ, ਤੇ ਫਿਰ ਜਦੋਂ ਬੁਢਾਪਾ ਆ ਗਿਆ ਤੇ ਫਿਰ ਹੁਣ ਬਸ ਨਹੀਂ ਕੋਈ ਚੱਲਦਾ ਜੀ। ਹੁਣ ਉਹ ਜਵਾਨੀ ਦੇ ਵਿੱਚ ਜਿਹੜਾ ਭੱਜ ਭੱਜ ਕੇ ਕੰਮ ਕਰਦਾ ਸੀ, ਹੁਣ ਉਹ ਕਰਿਆ ਨਹੀਂ ਜਾਂਦਾ। ਹੁਣ ਆਪਣਾ ਸਰੀਰ ਸੰਭਾਲਣਾ ਵੀ ਔਖਾ ਹੋ ਗਿਆ। ਜਵਾਨੀ ਮਨੁੱਖ ਨੇ ਅਜਾਈਂ ਲੰਘਾ ਦਿੱਤੀ, ਹੱਸਣ ਖੇਡਣ ਵਿੱਚ, ਮੌਜਾਂ ਕਰਨ ਦੇ ਵਿੱਚ, ਖਾਣ ਪੀਣ ਦੇ ਵਿੱਚ ਹੀ ਮਨੁੱਖ ਨੇ ਆਪਣੀ ਜਵਾਨੀ ਲੰਘਾ ਦਿੱਤੀ, ਤੇ ਫਿਰ ਉਸ ਪ੍ਰਮਾਤਮਾ ਨੂੰ ਨਹੀਂ ਭਜਿਆ। ਜੀ, ਗੁਰੂ ਸਾਹਿਬ ਆਖਦੇ ਨੇ ਕਹੋ ਨਾਨਕ ਭਜ ਹਰਮਨ, ਔਦ ਜਾਤ ਹੈ ਬੀਤ। ਔਦ ਦਾ ਅਰਥ ਹੁੰਦਾ ਉਮਰ, ਉਮਰ ਸਮਾਂ, ਵੀ ਸਮਾਂ ਜਿਹੜਾ ਹੈ ਉਹ ਬੀਤਦਾ ਜਾ ਰਿਹਾ, ਰਾਈਟ, ਸਮਾਂ ਲੰਘਦਾ ਜਾ ਰਿਹਾ, ਪਲ ਦਾ ਕੋਈ ਭਰੋਸਾ ਨਹੀਂ ਹੈ। ਇਸ ਲਈ ਅੱਜ ਅਸੀਂ ਕਈ ਵਾਰਾਂ ਦੇਖਦੇ ਹਾਂ ਕਿ ਅੱਜ ਨਹੀਂ ਕੱਲ ਕਰਮ ਕਰਨਾ ਕਰ ਲਵਾਂਗੇ, ਪਰਸੋਂ ਕਰ ਲਵਾਂਗੇ, ਅਸੀਂ ਅੱਜ ਕੱਲ ਕਰਦਿਆਂ ਹੀ ਲੰਘ ਜਾਂਦੇ ਜੀ। ਤੇ ਗੁਰੂ ਸਾਹਿਬ ਆਖਦੇ ਨੇ, ਗੁਰੂ ਰਾਮਦਾਸ ਜੀ ਦਾ ਬਚਨ ਹੈ, ਕਹਿੰਦੇ ਸਤਿਗੁਰ ਸੇਵ ਖਰਚ ਹਰ ਬੰਧੋ, ਮਤ ਜਾਣੋ ਆਜ ਕੇ ਕੱਲ ਹੀ। ਅੱਜ ਤੇ ਕੱਲ ਨਹੀਂ ਕਰਨਾ ਚਾਹੀਦਾ ਕਿ ਮੈਂ ਅੱਜ ਕਰਮ ਕਰ ਲਵਾਂਗਾ, ਕੱਲ ਨੂੰ ਕਰ ਲਵਾਂਗਾ, ਨਹੀਂ। ਤੇ ਇੱਕ ਆਪਾਂ ਬਚਨ ਪੜ੍ਹਦੇ ਹਾਂ ਬਾਬਾ ਫਰੀਦ ਸਾਹਿਬ ਜੀ ਦਾ। ਜੀ, ਫਰੀਦ ਸਾਹਿਬ ਆਖਦੇ ਨੇ, ਕਹਿੰਦੇ ਰੱਬ ਨੂੰ ਮਿਲਣਾ ਕੋਈ ਬਹੁਤਾ ਔਖਾ ਕੰਮ ਨਹੀਂ। ਹੁਣ ਜਿੱਥੇ ਦੁਨੀਆ ਕਹਿੰਦੀ ਕਿ ਰੱਬ ਨੂੰ ਮਿਲਣਾ ਬਹੁਤ ਮੁਸ਼ਕਲ ਹੈ, ਤੇ ਫਰੀਦ ਸਾਹਿਬ ਕਹਿੰਦੇ ਕਿ ਰੱਬ ਨੂੰ ਮਿਲਣਾ ਕੋਈ ਔਖਾ ਨਹੀਂ। ਕਹਿੰਦੇ ਆਜ ਮਿਲਾਵਾ ਸ਼ੇਖ ਫਰੀਦ, ਵੀ ਅੱਜ ਹੀ ਮਿਲਿਆ ਜਾ ਸਕਦਾ ਹੈ ਰੱਬ ਨੂੰ ਜੀ, ਅੱਜ ਹੀ, ਕੋਈ ਔਖਾ ਨਹੀਂ। ਕਿਉਂ ਨਹੀਂ ਔਖਾ? ਕਿਉਂਕਿ ਉਹਨਾਂ ਨੇ ਆਪਣੇ ਇੰਦਰੀਆਂ ਨੂੰ ਬਸ ਵਿੱਚ ਕਰ ਲਿਆ। ਠੀਕ, ਕਹਿੰਦੇ ਟਾਕ ਮੇ ਕੂੰਜੜੀਆਂ ਮਨੋ ਮਚੰਦੜੀਆਂ, ਇਹ ਜਿਹੜੀਆਂ ਮਨੋ ਮਚੰਦੜੀਆਂ, ਮਨ ਨੂੰ ਮਚਾਉਣ ਵਾਲੀਆਂ ਇੰਦਰੀਆਂ ਜੀ, ਇੰਦਰੇ ਕਰਮ, ਇੰਦਰੇ ਗਿਆਨ, ਇੰਦਰੇ, ਇਹਨਾਂ ਨੂੰ ਬਸ ਕਰ ਲਓ, ਕਾਮ ਕ੍ਰੋਧ ਨੂੰ ਬਸ ਕਰ ਲਓ, ਰੱਬ ਅੱਜ ਹੀ ਮਿਲ ਜਾਏਗਾ, ਫਰੀਦ ਸਾਹਿਬ ਕਹਿੰਦੇ। ਠੀਕ, ਤੇ ਗੁਰੂ ਸਾਹਿਬ ਕਹਿੰਦੇ ਸਮਾਂ ਲੰਘਦਾ ਜਾ ਰਿਹਾ, ਅੱਜ ਕੱਲ ਨਾ ਕਰ। ਜਿਹੜਾ ਕੰਮ ਤੂੰ ਕੱਲ ਨੂੰ ਕਰਨਾ ਹੈ ਉਹ ਅੱਜ ਕਰ, ਜਿਹੜਾ ਅੱਜ ਕਰਨਾ ਹੈ ਉਹ ਹੁਣੇ ਕਰ। ਠੀਕ, ਜਿਵੇਂ ਕਬੀਰ ਸਾਹਿਬ ਕਹਿੰਦੇ, ਕਬੀਰ ਕਾਲ ਕਰਨ ਤਾਂ ਅਬੈ ਕਰ, ਅਬ ਕਰਤਾ ਸੋ ਤਾਲ, ਵੀ ਹੁਣੇ ਕਰ ਜੀ। ਇਸ ਲਈ ਸਮਾਂ ਲੰਘਦਾ ਜਾ ਰਿਹਾ, ਔਸਰ ਜਾਤਿਓ ਬੀਤ ਹੈ। ਗੁਰੂ ਸਾਹਿਬ ਕਹਿੰਦੇ ਔਸਰ ਬੀਤਦਾ ਜਾਂਦਾ, ਕਹਿਓ ਮੰਨ ਲੈ ਮੇਰੂ, ਵੀ ਤੂੰ ਮੇਰਾ ਕਹਿਆ ਮੰਨ ਲੈ, ਸਮਾਂ ਲੰਘਦਾ ਜਾ ਰਿਹਾ, ਫਿਰ ਸਮਾਂ ਇਹ ਹੱਥ ਨਹੀਂ ਆਵੇਗਾ। ਇਸ ਲਈ ਹੁਣ ਇਸ ਸਮੇਂ ਨੂੰ ਸੰਭਾਲ ਲੈ, ਔਦ ਜਾਤ ਹੈ ਬੀਤ, ਸਮਾਂ ਲੰਘਦਾ ਜਾ ਰਿਹਾ, ਗੁਜ਼ਰਦਾ ਜਾ ਰਿਹਾ ਹੈ। ਇਸ ਲਈ ਚੰਗੇ ਕਾਰਜ ਵਾਲੇ ਪਾਸੇ ਜੁੜ ਜਾ, ਉਸ ਵਾਹਿਗੁਰੂ ਵਾਲੇ ਪਾਸੇ ਜੁੜ ਜਾ ਜੀ। ਤੇ ਬਹੁਤ ਧੰਨਵਾਦ ਜੀ। ਅੱਗੇ ਗੁਰੂ ਸਾਹਿਬ ਕੀ ਉਪਦੇਸ਼ ਕਰਦੇ ਨੇ, ਅਗਲੇ ਹਫਤੇ ਅਸੀਂ ਸਾਂਝ ਪਾਵਾਂਗੇ। ਤੁਹਾਡਾ ਇੱਥੇ ਆ ਕੇ ਸਾਡੇ ਨਾਲ ਸਾਂਝ ਪਾਉਣ ਲਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਲਈ 604 603 7555 ਜਾਂ ਫਿਰ ਈਮੇਲ ਰਾਹੀਂ harpreetsingh@gmail.com ਤੇ ਸੰਪਰਕ ਕਰ ਸਕਦੇ ਹੋ। ਤੁਹਾਡੇ ਕੋਲ ਕੋਈ ਸਵਾਲ ਹੋਏ ਜਿਸ ਬਾਰੇ ਸ਼ਲੋਕ ਮਹੱਲੇ 9ਵੇਂ ਨਾਲ ਸੰਬੰਧਿਤ ਹੋਵੇ ਤਾਂ ਜ਼ਰੂਰ ਸਾਡੇ ਨਾਲ ਸਾਂਝ ਪਾਉਣਾ, ਕਿਉਂਕਿ ਮਕਸਦ ਇਹੀ ਹੁੰਦਾ ਹੈ ਕਿ ਜਿੱਥੇ ਅਸੀਂ ਤੁਹਾਡੇ ਨਾਲ ਵਿਆਖਿਆ ਦੀ ਸਾਂਝ ਪਾਉਂਦੇ ਹਾਂ, ਜਿਹੜੇ ਸਾਡੇ ਕੋਲ ਆਏ ਹੁੰਦੇ ਨੇ ਮਹਿਮਾਨ, ਉਹਨਾਂ ਦੀ ਨੌਲੇਜ ਦਾ ਅਸੀਂ ਬੈਨੀਫਿਟ ਲੈ ਸਕੀਏ। ਤੇ ਤੁਹਾਡੇ ਕੋਲ ਕੋਈ ਸਵਾਲ ਹੋਏ ਤਾਂ ਜ਼ਰੂਰ ਸਾਡੇ ਤੱਕ ਪਹੁੰਚਾਉਣਾ, ਉਸ ਦਾ ਜਵਾਬ ਲੈ ਕੇ ਹਾਜ਼ਰ ਹੋਵਾਂਗੇ। ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਹੈ ਜੀ, ਫਿਰ ਮੁਲਾਕਾਤ ਕਰਾਂਗੇ। ਤਦ ਤੱਕ ਗੁੱਡ ਬਾਏ।